ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਮਨ ਬਿਰਤੀਆਂ ਇਕਾਗਰ ਕਰੀਏ, ਕਿਉਂਕਿ ਮਨ ਖਿਲਰਿਆ ਹੋਇਆ ਪਰਿਵਾਰ ਦੇ ਵਿੱਚ, ਸੰਸਾਰ ਦੇ ਵਿੱਚ ਇੰਨਾ ਖਿਲਰ ਗਿਆ ਹੈ ਕਿ ਕਰਤਾਰ ਦੇ ਵਿੱਚ ਇਸ ਮਨ ਦਾ ਮਨ ਨਹੀਂ ਲੱਗਦਾ। ਸੰਸਾਰ ਦੇ ਵਿੱਚ ਹੀ ਉਲਝਾਇਆ ਪਿਆ ਹੈ, ਜਾਂ ਕਹਿ ਲਓ ਬੱਝਾ ਪਿਆ ਹੈ। ਸਤਿਗੁਰਾਂ ਦੀ ਕਿਰਪਾ ਤੋਂ ਬਿਨਾਂ, ਧੰਨ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਤੋਂ ਬਿਨਾਂ, ਕਲਗੀਆਂ ਵਾਲੇ ਬਾਜਾਂ ਵਾਲੇ ਸਾਹਿਬ ਦਸ਼ਮੇਸ਼ ਪਿਤਾ ਜੀ ਦੀ ਕਿਰਪਾ ਤੋਂ ਬਿਨਾਂ ਇਸ ਵੇਲੇ ਧੰਨ 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 ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿਰਪਾ ਤੋਂ ਬਿਨਾਂ ਲੱਗਦਾ ਨਹੀਂ ਇਹ ਮਨ ਦੁਨੀਆ ਨਾਲੋਂ ਇਹਦੀ ਗੰਢ ਖੁੱਲ੍ਹ ਜਾਵੇ। ਇਹਦੀ ਗੰਢ ਦੁਨੀਆ ਨਾਲੋਂ ਖੁੱਲ੍ਹੇਗੀ ਤਾਂ ਇਹਨੂੰ ਆਪਣੇ ਘਰ ਦੀ, ਨਿਜ ਘਰ ਦੀ ਸੋਝੀ ਆਵੇਗੀ, ਸਮਝ ਪਵੇਗੀ ਕਿ ਮੇਰਾ ਘਰ ਇਹ ਨਹੀਂ, ਮੇਰਾ ਘਰ ਹੋਰ ਕਿਤੇ ਹੈ। ਇਹ ਦੁਨੀਆ ਇਸ ਦੇਹ ਦਾ ਘਰ ਹੈ, ਬੋਡੀ ਦਾ ਘਰ ਹੈ, ਸਰੀਰ ਦਾ ਘਰ ਹੈ, ਤਨ ਦਾ ਘਰ ਹੈ। ਜਿੰਨਾ ਚਿਰ ਮਨ ਦੇਹ ਦੇ ਵਿੱਚ ਹੈ, ਇਹ ਦੁਨੀਆ ਦੇ ਵਿੱਚ ਬਣੇ ਹੋਏ ਮਕਾਨਾਂ ਵਿੱਚ, ਮਹਿਲਾਂ ਵਿੱਚ ਰਹਿੰਦਾ ਹੈ। ਜਿਸ ਦਿਨ ਮਨ ਤੇ ਤਨ ਦਾ ਵਿਛੋੜਾ ਪੈ ਜਾਂਦਾ ਹੈ, ਉਸ ਦਿਨ ਜਿਨ੍ਹਾਂ ਮਹਿਲਾਂ ਦੇ ਵਿੱਚ ਰਹਿੰਦਾ ਹੈ ਉਹ ਸੱਖਣੇ ਹੋ ਜਾਂਦੇ ਹਨ, ਖਾਲੀ ਹੋ ਜਾਂਦੇ ਹਨ। ਇਹਦੇ ਵਾਸਤੇ ਖਾਲੀ ਹੋ ਜਾਂਦੇ ਹਨ, ਹੋਰ ਦੁਨੀਆ ਆ ਕੇ ਵਸ ਜਾਂਦੀ ਹੈ। ਗੁਰਬਾਣੀ ਵਿੱਚੋਂ ਪੜ੍ਹਿਆ ਕਰੋ, ਮਹਲ ਨਿਸੱਖਣ ਰਹਿ ਗਏ, ਵਾਸਾ ਆਇਆ ਤਲ। ਜ਼ਮੀਨ ਤੇ ਲੋਕ ਰੱਖ ਦਿੰਦੇ ਹਨ, ਜਾਂ ਜਲ ਬਲ ਕੇ ਖਾਕ ਹੋ ਕੇ ਮਿੱਟੀ ਵਿੱਚ ਮਿਲ ਜਾਂਦਾ ਹੈ। ਬਿਨਾਂ ਵਾਹਿਗੁਰੂ ਜੀ ਦੇ ਨਾਮ ਤੋਂ, ਅਕਾਲ ਪੁਰਖ ਪਰਮੇਸ਼ਰ ਜੀ ਦੇ ਨਾਮ ਤੋਂ ਇਸ ਮਨ ਨੂੰ ਇਸ ਗੱਲ ਦੀ ਸਮਝ ਨਹੀਂ ਪੈਂਦੀ। ਜਦੋਂ ਸਮਝ ਪੈ ਜਾਂਦੀ ਹੈ, ਫਿਰ ਦੁਨੀਆ ਦੇ ਵਿੱਚ ਵੀ ਸਭਨਾਂ ਨਾਲ ਪ੍ਰੇਮ ਕਰਦਾ ਹੈ, ਪਿਆਰ ਕਰਦਾ ਹੈ, ਸਭਨਾਂ ਦੇ ਨਾਲ ਨਿਉ ਕਰਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹੁਕਮ, ਪਹਿਲੇ ਪਾਤਸ਼ਾਹ ਜੀ ਦੇ ਹੁਕਮ ਆਪਣੇ ਚਿੱਤ ਵਿੱਚ ਫਿਰ ਰੱਖ ਲੈਂਦਾ ਹੈ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇਹ ਦੋ ਸ਼ਬਦਾਂ ਵਿੱਚ ਹੀ ਸਮਝ ਜਾਂਦਾ ਹੈ ਇਹ ਮਨ ਕਿ ਜੇ ਮੈਂ ਪ੍ਰੇਮ ਕਰਾਂਗਾ, ਸਭਨਾਂ ਨਾਲ ਨਿਉ ਕਰਾਂਗਾ, ਤਾਂ ਮੈਨੂੰ ਮੇਰੇ ਵਾਹਿਗੁਰੂ ਜੀ ਮਿਲ ਪੈਣਗੇ, ਮੇਰੇ ਅੰਦਰੋਂ ਹੀ ਮਿਲ ਪੈਣਗੇ। ਗੁਰਮੁਖ ਢੂੰਡ ਢੂੰਡਿੰਦਿਆਂ ਹਰ ਸੱਜਣ ਲੱਧਾ ਰਾਮ ਰਾਜੇ, ਆਪਣੇ ਵਿੱਚੋਂ ਹੀ ਲੱਭ ਜਾਣਗੇ। ਨਹੀਂ ਤਾਂ ਜ਼ਿੰਦਗੀਆਂ ਲੰਘ ਜਾਂਦੀਆਂ ਹਨ, ਉਮਰਾਂ ਬੀਤ ਜਾਂਦੀਆਂ ਹਨ, ਤਨਾਂ ਦੇ ਮਨਾਂ ਦੇ ਵਿਛੋੜੇ ਪੈ ਜਾਂਦੇ ਹਨ, ਪਰ ਸਮਝ ਕੋਈ ਨਹੀਂ ਲੱਗਦੀ। ਤਾਈਓਂ ਤੇ ਸਤਿਗੁਰੂ ਜੀ ਹੁਕਮ ਕਰਦੇ ਹਨ, ਮਨ ਰੇ ਸਮਝ ਕਾਮਨ ਮਤ ਲਾਗਾ। ਕਿਹੜੀਆਂ ਮੱਤਾਂ ਪਿੱਛੇ ਲੱਗਿਆ ਹੋਇਆ ਹੈ। ਗੁਰੂ ਦੀ ਮੱਤ ਨੂੰ ਧਾਰਨ ਕਰ, ਗੁਰੂ ਦੀ ਮੱਤ ਤੇ ਚੱਲ।
ਗੁਰੂ ਦੀ ਚਾਲੀ ਜਿਹੜੀ ਹੈ, ਚਾਲ ਜਿਹੜੀ ਹੈ, ਗੱਤ ਜਿਹੜੀ ਹੈ, ਉਹਦੇ ਤੇ ਚੱਲਣਾ ਕਰ ਗੁਰਸਿੱਖ ਬਣ ਕੇ। ਗੁਰਸਿੱਖ ਗੁਰੂ ਦੀ ਸਿੱਖਿਆ ਲੈ ਕੇ ਮੀਤ ਚਲੋ ਗੁਰ ਚਾਲੀ। ਹਰ ਚੀਜ਼ ਚਾਲ ਵਿੱਚ ਚੱਲਦੀ ਹੈ, ਘੜੀਆਂ ਚਾਲ ਵਿੱਚ ਚੱਲਦੀਆਂ ਹਨ। ਜਿੰਨਾ ਚਿਰ ਸਹੀ ਚਾਲ ਵਿੱਚ ਚੱਲਦੀਆਂ ਹਨ, ਉਹਨਾਂ ਚਿਰ ਲੋਕ ਹੱਥਾਂ ਤੇ ਬੰਨ੍ਹਦੇ ਹਨ। ਉਹਨਾਂ ਚਿਰ ਉਹਨਾਂ ਘੜੀਆਂ ਦਾ ਮੁੱਲ ਹੈ, ਜਿੰਨਾ ਚਿਰ ਸਹੀ ਚਾਲ ਵਿੱਚ ਚੱਲ ਰਹੀਆਂ ਹਨ। ਜਦੋਂ ਚਾਲ ਵਿਗੜ ਜਾਂਦੀ ਹੈ, ਲੋਕ ਰਾਹ ਲਾ ਕੇ ਰੱਖ ਦਿੰਦੇ ਹਨ। ਤਿਵੇਂ ਗੁਰੂ ਮਹਾਰਾਜ ਜੀ ਦੀ ਜਿਹੜੀ ਚਾਲੀ ਹੈ, ਸੇਵਾ, ਸਿਮਰਨ, ਬੰਦਗੀ, ਸਤਨਾਮ ਸ੍ਰੀ ਵਾਹਿਗੁਰੂ ਜੀ ਦਾ ਜਾਪ ਜਪਣਾ, ਹੁਕਮ ਦੇ ਵਿੱਚ ਰਹਿਣਾ ਕਿ ਮੈਂ ਪ੍ਰਵਾਨ ਹੋ ਜਾਵਾਂ, ਵਾਹਿਗੁਰੂ ਜੀ ਮੈਨੂੰ ਪ੍ਰਵਾਨ ਕਰ ਲੈਣ। ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੈ ਕਾ ਮਹਿਲ ਪਾਈ ਸੀ। ਖਸਮੈ ਭਾਵੇ ਸੋ ਕਰੇ, ਮਨਹੁ ਚਿੰਦਿਆ ਸੋ ਫਲ ਪਾਈ ਸੀ। ਤਾਂ ਦਰਗਹਿ ਪੈਦਾ ਜਾਈ ਸੀ। ਹੁਕਮ ਵਿੱਚ ਰਹਿਣ ਦੀ ਜਾਚ ਆ ਜਾਂਦੀ ਹੈ ਜਦੋਂ ਗੁਰੂ ਦੇ ਬਚਨ ਮੰਨ ਲੈਂਦਾ ਹੈ, ਗੁਰੂ ਦੇ ਹੁਕਮ ਨੂੰ ਮੰਨ ਲੈਂਦਾ ਹੈ, ਪ੍ਰਵਾਨ ਹੋ ਜਾਂਦਾ ਹੈ। ਇਹ ਮਨ ਤਨ ਤੇ ਜਾਣਾ ਨਹੀਂ ਨਾਲ, ਇਹ ਤਾਂ ਇੱਥੇ ਦਾ ਇੱਥੇ ਰਹਿ ਜਾਣਾ ਹੈ। ਇਹਦੀ ਤਾਂ 100 ਸਾਲ ਦੇ ਵਿੱਚ ਸ਼ਕਲ ਵੀ ਬਦਲ ਜਾਂਦੀ ਹੈ, ਰੂਪ ਬਦਲ ਜਾਂਦਾ ਹੈ। ਬਾਲਪਨ ਵਿੱਚ ਕੁਝ ਹੋਰ ਸੀ, ਭਰ ਜਵਾਨੀ ਤਰਨ ਜਵਾਨੀ ਅਵਸਥਾ ਵਿੱਚ ਹੋਰ ਸੀ। ਬਾਲ ਜਵਾਨੀ ਅਰ ਬਿਰਧ ਫੁਨ, ਬਿਰਧ ਅਵਸਥਾ ਵਿੱਚ ਕੁਝ ਹੋਰ ਰੂਪ ਹੈ। ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਫਰਮਾਇਆ ਹੈ, ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਨ। ਇਸ ਤੋਂ ਅੱਗੇ ਤੇ ਹੈ ਹੀ ਕੁਝ ਨਹੀਂ। ਭਾਈ ਨਾਮ ਜਪਿਆ ਕਰ, ਸਿਮਰਨ ਕਰਿਆ ਕਰ। 24 ਅਵਤਾਰਾਂ ਦੀ ਕਥਾ ਵਿੱਚੋਂ ਜੋ ਸਤਿਗੁਰਾਂ ਨੇ ਟਰਾਂਸਲੇਟ ਕੀਤੀ ਹੈ, ਉਹ ਲੱਥਾ ਕੀਤਾ ਹੈ ਸਾਡੇ ਵਾਸਤੇ ਕਿ ਗੁਰਸਿੱਖ ਜਦੋਂ ਪੜ੍ਹਨਗੇ, ਇਹਨਾਂ ਨੂੰ ਵੀ ਭਰਮ ਨਾ ਰਹਿ ਜਾਵੇ, ਭੁਲੇਖਾ ਨਾ ਰਹਿ ਜਾਵੇ ਉਹਨਾਂ ਗ੍ਰੰਥਾਂ ਵਿੱਚ ਕੀ ਲਿਖਿਆ ਹੋਇਆ ਹੈ। ਤੁਸੀਂ ਸਰਵਣ ਕਰ ਰਹੇ ਸੀ, ਦੁਨੀਆ ਤੇ ਵਰਣ ਬਣ ਗਏ, ਭਰਮ ਪੈ ਗਏ, ਭੁਲੇਖੇ ਪੈ ਗਏ। ਧਰਮ ਦੀ ਗਤ ਜਿਹੜੀ ਸੀ ਉਹ ਬੜੀ ਸਲੋ ਹੋ ਗਈ। ਪਾਪ ਵੱਧ ਗਿਆ, ਕੁਕਰਮ ਵੱਧ ਗਏ, ਨਵੇਂ ਨਵੇਂ ਮਤ ਘਰਾਂ ਦੇ ਵਿੱਚ ਆ ਗਏ। ਪੂਰੀ ਧਰਤੀ ਤੇ ਪਤਾ ਨਹੀਂ ਕਿਤਨਾ ਕੁ ਵੱਖ 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 ਖਿਲਾਰਾ ਪੈ ਗਿਆ। ਭੇਖ ਵੱਧ ਗਿਆ, ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸ ਕੀਨ। ਅੰਤ ਕਾਲ ਕਾਤੀ ਕਟਿਓ ਬਾਸ ਨਰਕ ਮੋਲੀਨ। ਆਪ ਜੀ ਸਰਵਣ ਕਰ ਰਹੇ ਸੀ, ਗਿਰਹੰ ਗਿਰਹੰ ਘਰ ਘਰ ਵਿੱਚ ਨਏ ਮਤੰ, ਨਵੇਂ ਨਵੇਂ ਮਤ ਹਨ। ਜਿਸ ਵੀ ਘਰ ਵਿੱਚ ਚਲੇ ਜਾਓ, ਉਹ ਆਪਣਾ ਹੀ ਮਤ ਦੱਸਣ ਲੱਗ ਪੈਂਦਾ ਹੈ। ਗੁਰੂ ਨਾਨਕ ਸਾਹਿਬ ਜੀ ਦਾ ਮਤ ਉਹਦੀ ਰਸਨਾ ਤੇ ਸੁਣਨ ਨੂੰ ਨਹੀਂ ਮਿਲਦਾ। ਧੰਨ ਕਲਗੀਆਂ ਵਾਲੇ ਬਾਜਾਂ ਵਾਲੇ ਜੀ ਦਾ ਮਤ ਜਿਹੜਾ ਹੈ, ਪੰਥ ਜਿਹੜਾ ਹੈ, ਅਕਾਲ ਜਪੋ, ਸਤਨਾਮ ਜਪੋ, ਵਾਹਿਗੁਰੂ ਜਪੋ। ਜੋ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸਤਨਾਮ ਜਪਾਇਆ ਹੈ ਦੁਨੀਆ ਨੂੰ, ਤੇ ਮਨ ਨੂੰ ਵੀ ਕਿਹਾ ਹੈ ਜਪ ਮਨ ਸਤਨਾਮ ਸਦਾ ਸਤਨਾਮ। ਸਤਨਾਮ ਦਾ ਚੱਕਰ ਫਿਰਾਇਆ ਪੂਰੀ ਦੁਨੀਆ ਦੇ ਵਿੱਚ। ਐਸਾ ਸਮਾਂ ਆਵੇਗਾ, ਲੋਕ ਆਪੋ ਆਪਣੇ ਘਰਾਂ 'ਚ ਨਵੇਂ ਨਵੇਂ ਮਤਾਂ ਦਾ ਸਿਮਰਨ ਕਰਨਗੇ। ਭਈ ਧਰਮ ਨਈ ਗਤੰ, ਨਵੀਂ ਹੀ ਗਤ ਹੋ ਗਈ ਧਰਤੀ ਦੀ। ਅਧਰਮ ਨੇ ਆਪਣਾ ਰਾਜ ਜਿਹੜਾ ਸੀ ਉਹ ਕਾਇਮ ਕਰ ਲਿਆ। ਨਿਕਾਰ ਧਰਮ ਦੇਸ ਦੀ,
ਆਪਣੇ ਦੇਸ਼ ਵਿੱਚੋਂ ਧਰਮ ਜਿਹੜਾ ਸੀ, ਜਿਵੇਂ ਪੰਛੀ ਉੱਡ ਜਾਂਦੇ ਹਨ, ਧਰਮ ਪੰਖ ਕਰ ਉੱਡ ਰਿਹਾ। ਕੂੜਾ ਮਾਵਸ ਸੱਚ ਚੰਦਰਮਾ ਦਿਸੈ ਨਾਹੀ ਕਹਿ ਚੜਿਆ। ਇਹ ਆਪ ਜੀ ਸਰਵਣ ਕਰ ਚੁੱਕੇ ਹੋ। ਇਹੋ ਜਿਹਾ ਸਮਾਂ ਆ ਗਿਆ, ਧਰਮ ਜਿਹੜਾ ਹੈ ਅਧਰਮ ਤੋਂ ਭੱਜਦਾ ਹੈ, ਡਰਦਾ ਹੈ, ਕਿਉਂਕਿ ਅਧਰਮ ਦਾ ਜ਼ੋਰ ਬੜਾ। ਸਤਿਗੁਰੂ ਜੀ ਹੁਕਮ ਕਰਦੇ ਹਨ, ਐਸੇ ਸਮੇਂ ਆਉਣਗੇ ਹਰ ਪਾਸੇ ਅਧਰਮ ਹੀ ਅਧਰਮ ਹੋਵੇਗਾ। ਧਰਮ ਵਾਲੇ ਲੋਕ ਮਲੇਛ ਧਾਨ ਲੈ ਪੂਜ ਹੈ ਪੁਰਾਣ, ਲੁਕ ਲੁਕ ਕੇ ਆਪਣਾ ਸੱਚ ਦੇ ਧਰਮ ਨੂੰ ਮੰਨਣਗੇ। ਇੰਨੀ ਸਖਤੀ ਹੋ ਜਾਵੇਗੀ, ਨਾਮ ਵੀ ਵੱਖਰੇ ਵੱਖਰੇ ਹੋ ਜਾਣਗੇ, ਵੱਖ ਵੱਖ ਨਾਮ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਗੁਰਬਾਣੀ ਪੜ੍ਹੋ। ਕਿਹੜੇ ਕਿਹੜੇ ਨਾਮ ਅਦਲਾ ਬਦਲੀ ਹੋ ਗਏ ਹਨ, ਰੱਬ ਦੇ ਸਾਰੇ ਵਿੱਚੋਂ ਮਿਲ ਜਾਂਦੇ ਹਨ। ਦੂਰ ਨਾ ਜਾਵਾਂ। ਕੁਕਰਮ ਵੱਧ ਗਏ ਦੁਨੀਆ ਤੇ ਪ੍ਰਚਾਰ ਵੀ ਕੁਕਰਮਾਂ ਦਾ ਹੋਣ ਲੱਗ ਪਿਆ। ਕੁਕਰਮ ਪਰਚੁਰਯੰ ਜਗੰ ਜਗ ਤੇ, ਸੋ ਕਰਮ ਪੰਖ ਕੈ ਭਗੰ। ਇੰਜ ਜਾਣੋ ਜਿਵੇਂ ਸ਼ੁਭ ਕਰਮਾਂ ਨੂੰ ਵਾਹਿਗੁਰੂ ਵਾਹਿਗੁਰੂ, ਧਰਮ ਇੰਜ ਜਾਣੋ ਜਿਵੇਂ ਉਹਨੂੰ ਉੱਡਣਾ ਪਿਆ। ਧੰਨ ਹਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ, ਜਿਨ੍ਹਾਂ ਨੇ ਸਾਰੀ ਗੁਰਬਾਣੀ ਜ਼ਬਾਨੀ ਉਚਾਰਨ ਕੀਤੀ। ਦਮਦਮਾ ਸਾਹਿਬ ਸਾਬੋ ਕੀ ਤਲਵੰਡੀ, ਧੰਨ 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 ਬਾਬਾ ਦੀਪ ਸਿੰਘ ਜੀ ਨੇ ਆਪਣੇ ਪਵਿੱਤਰ ਹੱਥਾਂ ਦੇ ਨਾਲ ਇਸ ਗੁਰਬਾਣੀ ਨੂੰ ਲਿਖਿਆ। ਪਹਿਲਾਂ ਭਾਈ ਸਾਹਿਬ ਜੀ, ਭਾਈ ਗੁਰਦਾਸ ਜੀ ਨੇ ਲਿਖਿਆ। ਫਿਰ ਜਦੋਂ ਬੀੜ ਪ੍ਰਾਪਤ ਨਹੀਂ ਹੋਈ, ਸਤਿਗੁਰਾਂ ਨੇ ਸਾਰੀ ਪਾਵਨ ਗੁਰਬਾਣੀ ਆਪਣੇ ਕੰਠ ਤੋਂ ਉਚਾਰਨ ਕੀਤੀ, ਰਸਨਾ ਤੋਂ ਉਚਾਰਨ ਕੀਤੀ। ਇੰਜ ਜਾਣੋ ਧਰਮ ਉੱਡ ਗਿਆ। ਪਾਪ ਹੀ ਪਾਪ, ਪਾਪ ਹੀ ਪਾਪ, ਪਾਪ ਹੀ ਪਾਪ, ਵਰਤਿਆ ਪਾਪ ਸਬਸ ਜਗ ਮਾਹੀ। ਪਰਪੰਚ ਜਿਹੜਾ ਸੀ, ਦਿਖਾਵਾ ਜਿਹੜਾ ਸੀ, ਉਹ ਗੱਡਿਆ ਗਿਆ। ਆ ਪਰਪੰਚ ਜਿਹੜਾ ਸੀ, ਉਹ ਪੰਖ ਲਾ ਕੇ ਉੱਡ ਗਿਆ। ਕੁਕਰਮ ਵਿਚਰਤੰ ਜਗੰ, ਇਹ ਕਥਾ ਆਪ ਜੀ ਨੇ ਸਰਵਣ ਕਰ ਲਈ ਹੈ। ਅੱਜ ਥੋੜੇ ਜਿਹਾ ਸ਼ਬਦ ਦਾ ਆਸਰਾ ਪੜੇਗਾ ਤੇ ਦੁਨੀਆ ਦੇ ਵਿੱਚ ਕੁਕਰਮ ਹੀ ਕੁਕਰਮ ਵਿਚਰਤੰ ਵਿਚਰ ਰਹੇ ਹਨ ਜਗ ਵਿੱਚ। ਸੋ ਕਰਮ ਜਿਹੜੇ ਸ਼ੁਭ ਕਰਮਾਂ ਵਾਲੇ ਹਨ, ਉਹ ਨਜ਼ਰ ਨਹੀਂ ਆਉਣਗੇ। ਐਸੇ ਸਮੇਂ ਆ ਜਾਣਗੇ। ਭਰਮੰ ਭਗੰ, ਭਰਮਾਂ ਦੇ ਵਿੱਚ ਦੁਨੀਆ ਜਿਹੜੀ ਹੈ ਉਹ ਪੈ ਜਾਵੇਗੀ। ਰਾਮਾਇਣ ਛੰਦ, ਸੋ ਕਿਰਤੰ ਤਾਜ ਹੈ ਗੁਰਬਾਣੀ ਸਰਚਰ ਦੇ ਵਿੱਚੋਂ 24 ਅਵਤਾਰ ਦੀ ਕਥਾ ਲੱਭ ਲੈਣਾ ਤੇ ਇੱਕ ਇੱਕ ਸ਼ਬਦ ਤੁਸੀਂ ਆਪ ਆਪਣੇ ਮਨ ਨੂੰ ਰਸਨਾ ਦੇ ਨਾਲ ਬੋਲ ਕੇ ਕੰਨਾਂ ਦੇ ਨਾਲ ਸੁਣਾਉਣ ਦੀ ਕਿਰਪਾ ਕਰਨੀ। 24 ਅਵਤਾਰ ਉਹਨਾਂ ਦੀ ਕਥਾ ਸਤਿਗੁਰਾਂ ਨੇ ਗੁਰਮੁਖੀ ਦੇ ਵਿੱਚ ਟਰਾਂਸਲੇਟ ਕੀਤੀ ਹੈ, ਤਾਂ ਕਿ ਸਾਡੇ ਮਨ ਨੂੰ ਵੀ ਕੋਈ ਸਮਝ ਪੈ ਸਕੇ ਇਹਨਾਂ ਗ੍ਰੰਥਾਂ ਵਿੱਚ ਕੀ ਹੈ। 24 ਅਵਤਾਰਾਂ ਦੇ ਗ੍ਰੰਥਾਂ ਦੇ ਵਿੱਚ ਐਸੇ ਸਮੇਂ ਆਉਣਗੇ, ਵਕਤ ਆਉਣਗੇ, ਟਾਈਮ ਆਉਣਗੇ, ਦੁਨੀਆ ਸੱਚੀ ਸੁੱਚੀ ਕਿਰਤ ਨੂੰ ਛੱਡ ਦੇਵੇਗੀ। ਹੁਕਮ ਜਿਹੜੇ ਹਨ ਗੁਰਬਾਣੀ ਵਿੱਚ, ਕਰ ਸੋ ਕਿਰਤ ਧਰਮ ਕਮਾਈਏ, ਭਾਈ ਲਾਲੋ ਜੀ ਵਾਂਗ, ਉਹ ਸੁਕਿਰਤ ਦੁਨੀਆ ਛੱਡ ਦੇਵੇਗੀ। ਸੁਕਿਰਤ ਦਾ ਭਾਵ ਸੱਚੀ ਸੁੱਚੀ ਕਿਰਤ ਜਿਹੜੀ ਸੀ, ਉਹਨੂੰ ਲੋਕ ਤਿਆਗ ਦੇਣਗੇ। ਸੋ ਕਿਰਤੰ ਤਜ ਹੈ
ਉਹ ਕਰਨਗੇ ਜਿਹੜੇ ਗੁਰੂ ਨਾਨਕ ਸਾਹਿਬ ਜੀ ਦੇ ਹੁਕਮ ਨੂੰ ਮੰਨਣਗੇ, ਗੁਰੂ ਵਾਲੇ ਹੋਣਗੇ। ਧੰਨ ਧੰਨ ਕਲਗੀਧਰ ਸਾਹਿਬ ਦਸਮੇਸ਼ ਪਿਤਾ ਮਹਾਰਾਜ ਜੀ ਫਰਮਾਉਂਦੇ ਹਨ, ਗੁਰੂ ਵਾਲੇ ਜਿਹੜੇ ਹਨ, ਜਿਹੜੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਜਪਣ ਵਾਲੇ ਹਨ, ਉਹੀ ਉਹ ਸੁਕਿਰਤ ਕਰਨਗੇ, ਬਾਕੀ ਛੱਡ ਦੇਣਗੇ, ਹੋਰ ਹੀ ਤਰ੍ਹਾਂ ਦੀ ਕਿਰਤ ਕਰਨਗੇ। ਜਿਵੇਂ ਮਲਕ ਭਾਗੋ ਦੀ ਕਿਰਤ ਸੁੱਚੀ ਨਹੀਂ ਸੀ, ਕਿਵੇਂ ਕਿਵੇਂ ਉਹਨੇ ਜੱਗ ਕਰਵਾਇਆ, ਕਿਵੇਂ ਕਿਵੇਂ ਬੱਚਿਆਂ ਦੇ ਦੁੱਧ ਤੱਕ ਚੁਕਾ ਲਿਆ ਘਰਾਂ ਵਿੱਚੋਂ, ਕਿਉਂਕਿ ਸੁਕਿਰਤ ਵਿੱਚ ਬੜਾ ਆਨੰਦ ਹੈ, ਸੱਚੀ ਸੁੱਚੀ ਕਿਰਤ ਵਿੱਚ ਬੜਾ ਸੁੱਖ ਹੈ। ਤੁਸੀਂ ਗੁਰਬਾਣੀ ਵਿੱਚੋਂ ਪੜ੍ਹਨਾ, ਸੱਚੀ ਸੁੱਚੀ ਕਿਰਤ ਜਿਹੜੀ ਹੈ ਉਹਦੀ ਖੱਟੀ ਕਮਾਈ ਕੀਤੀ ਵਿੱਚੋਂ ਪਿਆਰਿਓ ਕਦੀ ਦੁੱਖ ਸਾਹਮਣੇ ਨਹੀਂ ਆਉਂਦਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚੋਂ ਪੜ੍ਹਨਾ, ਸਤ ਕੈ ਖੱਟਿਐ ਦੁੱਖ ਨਹੀਂ ਪਾਇਆ। ਮਾੜੀ ਕਮਾਈ ਨਾਲ ਦੁੱਖ ਹੀ ਦੁੱਖ ਹਨ, ਜੇ ਅੱਜ ਨਹੀਂ ਤੇ ਕੱਲ, ਕਿਉਂਕਿ ਮਾੜੀ ਕਮਾਈ ਨਾਲ ਜੋ ਵੀ ਕਰਮ ਕੀਤੇ ਹਨ ਬੰਦਾ ਕਰ ਚੁੱਕਾ ਹੈ, ਉਧਰੋਂ ਉਮਰ ਮੁੱਕ ਜਾਂਦੀ ਹੈ। ਵਟ ਵੀ ਹੈਵ ਡਨ, ਜੋ ਕੁਝ ਵੀ ਅਸੀਂ ਕੀਤਾ ਹੈ ਇਨ ਦਿਸ ਵਰਲਡ, ਵਟ ਐਵਰ ਵੀ ਹੈਵ ਡਨ ਇਨ ਦਿਸ ਵਰਲਡ, ਜੋ ਵੀ ਕਰਮ ਕਰਦੇ ਹਾਂ ਕਿ ਇਹ ਕੁਝ ਇਕੱਠਾ ਕਰ ਲਈਏ, ਸੰਚ ਲਈਏ। ਸੰਚ ਕਹਿੰਦੇ ਨੇ ਇਕੱਠਾ ਕਰਨ ਨੂੰ। ਵਾਟ ਐਵਰ ਵੀ ਹੈਵ ਡਨ ਇਨ ਦਿਸ ਵਰਲਡ, ਇਸ ਦੁਨੀਆ ਵਿੱਚ, ਉਧਰੋਂ ਉਮਰ ਮੁੱਕ ਜਾਂਦੀ ਹੈ। ਉਹਦਾ ਫਲ ਤੇ ਮਿਲਣਾ ਹੀ ਮਿਲਣਾ ਹੈ ਨਾ। ਇਟਸ ਫਰੂਟ ਵਿਲ ਬੀ ਫਾਊਂਡ ਇਨ ਦਾ ਓਲਡ ਏਜ ਐਂਡ ਈਵਨ ਆਫਟਰ ਡੈਥ। ਤਾਈਓ ਕਹੀਦਾ ਕਰਮ ਸੋਚ ਕੇ ਕਰੋ। ਤਾਈਓ ਸਤਿਗੁਰਾਂ ਨੇ ਹੁਕਮ ਕੀਤਾ ਹੈ, ਬਚ ਕੇ ਰਹਿਣਾ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਕਰਮਾਂ ਤੋਂ ਬਚ ਕੇ ਰਹੋ। ਜਿੰਨੇ ਵੀ ਡੀਡਸ ਹਨ, ਉਹਨਾਂ ਨੂੰ ਸੋਚ ਸਮਝ ਕੇ ਕਰਨਾ ਹੈ, ਤਾਂ ਕਿ ਲੇਖਾ ਤੇ ਆਪ ਨੂੰ ਦੇਣਾ ਪੈਣਾ ਹੈ ਨਾ। ਉਹਦਾ ਰਿਜ਼ਲਟ ਆਪਣੇ ਸਾਹਮਣੇ ਆ ਜਾਂਦਾ ਹੈ। ਵਾਟ ਐਵਰ ਵੀ ਡੂ, ਜੋ ਕਰ ਰਹੇ ਹਾਂ, we get good and bad result। ਜਿੰਨੇ ਵੀ ਰਿਜ਼ਲਟ ਸਾਹਮਣੇ ਆ ਜਾਂਦੇ ਹਨ, ਚੰਗਿਆਂ ਦੇ ਮਾੜਿਆਂ ਦੇ, ਸਾਰਾ ਖੇਤ ਉੱਗ ਪੈਂਦਾ ਹੈ, ਸਾਰਾ ਖੇਤ ਸਾਹਮਣੇ ਆ ਜਾਂਦਾ ਹੈ। ਤਾਈਓ ਕਹਿੰਦੇ ਨੇ ਕਰਮ ਚੰਗਾ ਕਰੋ। ਦੁਨੀਆ ਤੇ ਸੁਕਿਰਤ ਲੋਕਾਂ ਨੇ ਛੱਡ ਦਿੱਤੀ ਤੇ ਸਾਧ ਸੰਗਤ ਕੁਕਿਰਤ ਪਿੱਛੇ ਭੱਜ ਪਏ। ਉਸ ਢੰਗ ਨਾਲ ਜੋੜਨ ਵਾਸਤੇ ਮਨ ਨੂੰ ਲਾ ਦਿੱਤਾ, ਮਾੜੇ ਕਰਮ ਕਰਨ ਲੱਗ ਪਏ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਦੇ ਵਿੱਚੋਂ ਪੜ੍ਹਿਆ ਕਰੋ। According to the deeds which one does, so are the fruits on obtains। ਉਹ ਜਿਹੜੇ ਫਲ ਹਨ ਉਹ ਸਾਹਮਣੇ ਆ ਜਾਂਦੇ ਹਨ। ਬਚ ਕੇ ਰਹੀਏ, ਉਹ ਕਰਮ ਕਰੀਏ ਜਿਹਦੇ ਨਾਲ ਮੂੰਹ ਨਿਕਲੇ ਸਤਨਾਮ ਸ੍ਰੀ ਵਾਹਿਗੁਰੂ। ਤਾਈਓ ਤੇ ਭਾਈ ਲਾਲੋ ਜੀ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਆਖ ਕੇ ਆਪਣੀ ਕਿਰਤ ਕਰਦੇ ਸਨ। ਸੋ ਕਿਰਤ ਤਜ ਹੈ ਕੋ ਕਿਰਤ ਭਜ ਹੈ। ਐਸੇ ਸਮੇਂ ਆਉਣਗੇ ਪਿਆਰਿਓ, ਸੋ ਕਿਰਤ ਨੂੰ, ਸੱਚੀ ਸੁੱਚੀ ਕਿਰਤ ਨੂੰ ਦੁਨੀਆ ਛੱਡ ਦੇਵੇਗੀ। ਲੋਭ ਲਾਲਚ ਪਿੱਛੇ ਲੱਗ ਕੇ, ਲਾਲਚ ਲਾਗੇ ਜਨਮ ਗਵਾਇਆ, ਕੋ ਕਿਰਤ ਪਿੱਛੇ ਭੱਜੇ ਰਹਿਣਗੇ ਸਾਰਾ ਦਿਨ। ਬ੍ਰਾਹਮਣੰ ਭਰ ਹੈ ਭ੍ਰਮਣੰ, ਭਰਮਦੇ ਰਹਿਣਗੇ, ਫਿਰਦੇ ਰਹਿਣਗੇ, ਚੌਹਾਂ ਕੁੰਟਾਂ ਵਿੱਚ ਦੌੜੇ ਫਿਰਨਗੇ ਇਸ ਧਨ ਵਾਸਤੇ, ਇਸ ਧਨ ਵਾਸਤੇ।
ਭ੍ਰਮਣੰ ਭਰ ਹੈ, ਪਰ ਬਿਨਾਂ ਭਾਗਾਂ ਤੋਂ ਇਹ ਧਨ ਨਹੀਂ ਮਿਲੇਗਾ। Without good fortune of destiny, you shall never obtain wealth. ਵਾਹਿਗੁਰੂ ਦੇ ਜਸ ਤੋਂ ਬੰਦਾ ਦੂਰ ਹੋ ਜਾਂਦਾ ਹੈ। ਤਾਈਓ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਹੁਕਮ ਕੀਤੇ ਹਨ। ਨੌਵੇਂ ਪਾਤਸ਼ਾਹ ਜੀ ਨੇ ਮਾਇਆ ਕੋ ਸੰਗ ਤਿਆਗ, ਪ੍ਰਭ ਜੂ ਕੀ ਸਰਨ ਲਾਗ, ਜਗਤ ਸੁਖ ਮਾਨ ਮਿਥਿਆ, ਝੂਠੋ ਸਭ ਸਾਜ ਹੈ। ਉਹਨਾਂ ਕਮਾਇਆ ਨਾਲ ਮੋਹ ਰੱਖੋ ਜਿਹਦੇ ਨਾਲ ਪਰਿਵਾਰ ਸੰਸਾਰ ਚੱਲਦਾ ਰਹੇ। ਜਸ ਤੇ ਟਰੈ, ਨਹੀਂ ਤਾਂ ਵਾਹਿਗੁਰੂ ਜੀ ਦੇ ਜਸ ਤੋਂ, ਸਤਨਾਮ ਵਾਹਿਗੁਰੂ ਕਹਿਣ ਤੋਂ ਬੰਦਾ ਦੂਰ ਹੋ ਜਾਵੇਗਾ। ਨਹੀਂ ਜਪਿਆ ਜਾਵੇਗਾ ਸਤਨਾਮ ਸ੍ਰੀ ਵਾਹਿਗੁਰੂ, ਕਿਉਂਕਿ ਕਰਮ ਜਿਹੜੇ ਨੇ ਮਾੜੇ ਉਹ ਨਹੀਂ ਜਪਣ ਦਿੰਦੇ, ਉਹ ਨਹੀਂ ਜਪਣ ਦਿੰਦੇ, ਉਹ ਆਪਣੇ ਵੱਲ ਜੋੜੀ ਰੱਖਦੇ ਹਨ, ਰੱਬ ਵੱਲ ਨਹੀਂ ਜੁੜਨ ਦਿੰਦੇ। ਕਾਰ ਹੈ ਕੁਕਿਰਤੰ ਰਾਰ ਹੈ ਅਨਰਥੰ, ਕੁਕਿਰਤੰ ਮਾੜੀ ਕਿਰਤ ਕਰਦੇ ਹਨ। ਐਸੇ ਸਮੇਂ ਆਉਣਗੇ, ਆਇਆ ਕਰਨਗੇ, ਦੇਖਿਆ ਕਰੋਗੇ। ਸਤਿਗੁਰੂ ਜੀ ਫਰਮਾਉਂਦੇ ਹਨ, 24 ਅਵਤਾਰਾਂ ਦੀ ਕਥਾ ਹੈ। ਰਾਰ ਹੈ ਅਨਰਥੰ, ਰੜਨਗੇ, ਬੋਲਣਗੇ, ਪਰ ਉਹ ਬੋਲਣਗੇ ਜੋ ਸੱਚ ਨਹੀਂ ਹੈ। ਮੰਤਰ ਵੀ ਜਪਣਗੇ, ਪਰ ਉਹ ਜਪਣਗੇ ਜਿਨ੍ਹਾਂ ਦੇ ਪਿੱਛੇ ਕੋਈ ਲਾਲਚ ਲੱਗਾ ਪਿਆ ਹੈ। ਇੱਥੋਂ ਤੱਕ ਸਾਰਾ ਜਨਮ ਹੀ ਗਵਾ ਲੈਣਗੇ, ਲਾਲਚ ਲਾਗੇ ਜਨਮ ਗਵਾਇਆ। ਮਾਇਆ ਭਰਮ ਭੁਲਾਹੇਗਾ, ਉਹ ਮਾਇਆ ਦਾ ਭਰਮ ਭੁਲਾ ਦੇਵੇਗਾ ਵਾਹਿਗੁਰੂ ਜੀ ਵੱਲੋਂ। ਲਾਲਚ ਲੱਗ ਗਿਆ, ਆ ਵੀ ਇਕੱਠਾ ਕਰ ਲਵਾਂ, ਉਹ ਵੀ ਇਕੱਠਾ ਕਰ ਲਵਾਂ, ਉਹ ਵੀ ਇਕੱਠਾ ਕਰ ਲਵਾਂ। ਕਰਦਿਆਂ 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 ਇਹ ਵੀ ਨਹੀਂ ਪਤਾ ਲੱਗਾ ਉਮਰ ਦਾ ਰੰਗ ਰੂਪ ਕਿਹੜੇ ਵੇਲੇ ਬਦਲ ਗਿਆ। ਮਾਇਆ ਭਰਮ ਭੁਲਾਹੇਗਾ, ਮਾਇਆ ਦੇ ਭਰਮ ਨੇ ਬੰਦੇ ਨੂੰ ਭੁਲਾ ਛੱਡਿਆ ਸਾਰੀ ਉਮਰ। ਜਪ ਹੈ ਜਪੰ, ਅਜਪੰ ਜਪਦਾ ਹੈ, ਨਹੀਂ ਕਹਿੰਦਾ ਸਤਨਾਮ ਸ੍ਰੀ ਵਾਹਿਗੁਰੂ, ਨਹੀਂ ਮੂਲ ਮੰਤਰ ਪੜਦਾ ਇੱਕ ਓੰਕਾਰ ਸਤਨਾਮ। ਕੋ ਥਪੈਣ ਥਪੰ, ਹੋਰ ਹੀ ਕੁਝ ਮਨ ਵਿੱਚ ਥਾਪ ਕੇ ਬੈਠਾ ਹੈ। ਆਪਣੇ ਮਨ ਵਿੱਚ ਥਾਪਣਾ ਸੀ ਸਤਨਾਮ ਸ੍ਰੀ ਵਾਹਿਗੁਰੂ, ਟਿਕਾਉਣਾ ਸੀ। ਥਾਪਣ ਨੂੰ ਟਿਕਾਉਣਾ ਫਰਮਾਉਂਦੇ ਹਨ ਸਤਿਗੁਰੂ ਜੀ। ਜਿਵੇਂ ਅਕਾਲ ਪੁਰਖ ਵਾਹਿਗੁਰੂ ਜੀ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਬੰਦਾ ਥਾਪਿਆ ਜਾਂਦਾ ਹੈ। ਮਹਾਰਾਜ ਨੂੰ ਥਾਪ ਦਿੰਦੇ ਨੇ ਮਾਂ ਦੀ ਕੁੱਖ ਵਿੱਚ, ਹੋਰ ਵੀ ਬੜਾ ਕੁਝ ਥਾਪ ਦਿੰਦੇ ਨੇ ਇਹਦੀ ਜ਼ਿੰਦਗੀ ਵਿੱਚ, ਇਹਦੇ ਘਰ ਪਾਰ, ਪੁੱਤਰ ਧੀਆਂ, ਪਰਿਵਾਰ ਕੁਟੁੰਬ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਬਿਨਾਂ ਨਾਮ ਤੋਂ, ਬਿਨਾਂ ਸਿਮਰਨ ਤੋਂ ਇਹ ਵੇਲੇ ਆ ਜਾਣਗੇ, ਲੋਕ ਭੁੱਲ ਜਾਣਗੇ ਸਭ ਕੁਝ। ਸੋ ਮਹਾਰਾਜੀ ਛੰਦ ਸੁਨੈ ਦੇਸ ਦੇਸੰ ਮੁਨੰ ਪਾਪ ਕਰਮਾ। ਪਾਪ ਕਰਮ ਵਿੱਚ ਕਈ ਦੇਸ਼ਾਂ ਵਿੱਚ ਇਹ ਖਿਲਾਰਾ ਪੈ ਜਾਵੇਗਾ। ਚੁਨੈ ਝੂਠ ਕੂਠੰ ਸੁਰਤੰ ਛੋਰ ਧਰਮਾ, ਝੂਠ ਬੜੀ ਫੈਲ ਜਾਵੇਗੀ। ਝੂਠ ਬੜਾ ਫੈਲ ਜਾਵੇਗਾ। ਉੱਠਾ, ਹੁੱਕਾ, ਚਰਸ, ਤਮਾਕੂ, ਗਾਂਜਾ, ਟੋਪੀ, ਤਾੜੀ, ਖਾਕੂ, ਇਹ ਸਾਰਾ ਖਿਲਾਰਾ ਪੈ ਜਾਵੇਗਾ। ਐਸੇ ਸਮੇਂ ਆ ਜਾਣਗੇ। ਚੋਨੇ ਝੂਠ ਕੂਠੰ ਸੁਰਤੰ ਛੋਰ ਧਰਮਾ, ਆ ਜਿਹੜੀ ਸੁਰਤ ਹੈ ਇਹ ਧਰਮ ਨੂੰ ਛੱਡ ਪਵੇਗੀ, ਹੋਰ ਹੀ ਧੂਏ ਲੈਂਦੀ ਫਿਰੇਗੀ। ਸੁਰਤ ਵਾਲਾ ਪਾਸਾ
ਧੁੰਦਲਾ ਜਾਵੇਗਾ, ਧੁੰਦਲਾ ਜਾਵੇਗਾ, ਨਹੀਂ ਜਪਿਆ ਜਾਵੇਗਾ ਸਤਨਾਮ ਸ੍ਰੀ ਵਾਹਿਗੁਰੂ। ਐਸੇ ਸਮੇਂ ਆ ਜਾਣਗੇ। ਤਜੈ ਧਰਮ ਨਾਰੀ ਤਕੈ ਪਾਪ ਨਾਰੰ, ਤਕੈ ਪਾਪ ਨਾਰੰ। ਐਸੇ ਸਮੇਂ ਆ ਜਾਣਗੇ, ਘਰ ਕੀ ਨਾਰ ਤੇ ਆਗੈ ਅੰਧਾ, ਪਰ ਨਾਰੀ ਸਿਉ ਘਾਲੈ ਧੰਦਾ। The blind fool abandoned his own wife and has an affair with another woman. ਦੋਨਾਂ ਪਾਸੇ ਇਹੋ ਹਾਲ ਹੋ ਜਾਵੇਗਾ। ਤਾਈਓ ਤੇ ਸਤਿਗੁਰਾਂ ਨੂੰ ਆਖਣਾ ਪਿਆ, ਨਿਜ ਨਾਰੀ ਕੀ ਸੰਗ ਨਿਹੋ ਤੁਮ ਨਿਤ ਵਡਈਓ, ਪਰ ਨਾਰੀ ਕੀ ਸੇਜ ਭੂਲ ਸੁਪਨੇ ਹੋ ਨਾ ਜਾਈਓ। Increase your love with your own wife. Don't recline with another woman, not even in your dream. ਤਾਈਓ ਤੇ ਸਤਿਗੁਰਾਂ ਨੂੰ ਆਖਣਾ ਪਿਆ, ਫਰਮਾਉਣਾ ਪਿਆ। ਐਸੇ ਸਮੇਂ ਆਉਣਗੇ, ਲੋਕ ਦੂਜਿਆਂ ਦੇ ਰੂਪ ਵਿੱਚ ਸੜ ਜਾਇਆ ਕਰਨਗੇ, ਦੂਜਿਆਂ ਦੀ ਰੂਪ ਦੀ ਅੱਗ ਦੇ ਵਿੱਚ ਭਸਮ ਹੋ ਜਾਇਆ ਕਰਨਗੇ, ਆਪਣੀ ਲਾਈ ਹੋਈ ਅੱਗ ਦੇ ਵਿੱਚ ਆਪ ਹੀ ਸੜ ਬਲ ਜਾਇਆ ਕਰਨਗੇ। ਤਜੈ ਧਰਮ ਨਾਰੀ ਤਕੈ ਪਾਪ ਨਾਰੰ, ਮਹਾਰੂਪ ਪਾਪੀ ਪਵਿੱਤਰਾਧਿਕਾਰੰ। ਤ੍ਰਿਕਾਰ ਹੋਵੇਗਾ ਉਹ ਜੈ ਜਨਮ ਨੂੰ। ਐਸੇ ਸਮੇਂ ਆਉਣਗੇ, ਕਰੈ ਨਿਤ ਅਨਰਥੰ ਸਮਰਥੰ ਨਾ ਏਤੀ। ਇੰਨੀ ਸਮਰੱਥਾ ਨਾ ਰਵੇਗੀ ਬੁੱਧ ਵਿੱਚ, ਮਤ ਵਿੱਚ, ਅਨਰਥ ਹੀ ਕਰਦੇ ਜਾਣਗੇ ਦੁਨੀਆ ਤੇ ਲੋਕ। ਕਰੈ ਪਾਪ ਤੇ ਤੋ ਪਰਾ ਲਬਦ ਜੇਤੀ। ਜਿੰਨੀ ਪਰਾ ਲਬਦ ਹੈ, ਜਿੰਨਾ ਪੈਸਾ ਕੋਲ ਹੈ, ਉਹਦੇ ਨਾਲ ਪਾਪ ਹੀ ਪਾਪ ਕਮਾਈ ਜਾਣਗੇ ਲੋਕ। ਐਸੇ ਸਮੇਂ ਆ ਜਾਣਗੇ। 24 ਅਵਤਾਰ ਦੀ ਕਥਾ ਟਰਾਂਸਲੇਟ ਕੀਤੀ ਹੋਈ ਹੈ ਸਤਿਗੁਰੂ ਜੀ ਨੇ। ਧੰਨ ਧੰਨ ਕਲਗੀਆਂ ਵਾਲੇ, ਬਾਜਾਂ ਵਾਲੇ ਸਤਿਗੁਰਾਂ ਨੇ ਉਲੱਥਾ ਕੀਤਾ ਹੋਇਆ ਹੈ 24 ਅਵਤਾਰਾਂ ਦੀ ਕਥਾ ਦਾ। ਹੋਰ ਵੀ ਬੜੀਆਂ ਕਥਾ ਸਤਿਗੁਰਾਂ ਨੇ ਟਰਾਂਸਲੇਟ ਕੀਤੀਆਂ ਹਨ, ਤਾਂ ਕਿ ਗੁਰਸਿੱਖ ਪੜ੍ਹਨਗੇ ਤੇ ਇਹਨਾਂ ਦੇ ਮਨ ਵਿੱਚੋਂ ਭਰਮ ਨਿਕਲ ਜਾਣਗੇ, ਉਹਨਾਂ ਗ੍ਰੰਥਾਂ ਵਿੱਚ ਕੀ ਲਿਖਿਆ ਹੈ। 24 ਅਵਤਾਰਾਂ ਦੀ ਕਥਾ ਹੈ ਜੋ ਆਪਾਂ ਪੜ੍ਹਦੇ ਪਏ ਹਾਂ। ਕ੍ਰਿਸ਼ਨਾ ਅਵਤਾਰ ਬਹੁਤ ਸਾਰੀ ਕਥਾ ਹੈ, ਰਾਮਾ ਅਵਤਾਰ ਦੀ ਕਥਾ ਹੈ, ਹੋਰ ਬੜੀਆਂ ਕਥਾਵਾਂ ਹਨ। ਜੋ ਕੁਝ ਪੱਲੇ ਹੁੰਦਾ ਹੈ ਉਹਦੇ ਨਾਲ ਪਾਪ ਲੋਕ ਕਰ ਕੇ ਖਤਮ ਕਰ ਲੈਂਦੇ ਹਨ, ਖਾਲੀ ਹੋ ਜਾਂਦੇ ਹਨ। ਕਰੈ ਪਾਪ ਤੇ ਤੋ ਪਾਰਾ ਲਬਦ ਜੇਤੀ। ਜੋ ਕਮਾਈ ਕਰਦਾ ਹੈ ਬੰਦਾ, ਨੌਕਰੀ ਵਾਲਾ, ਨੌਕਰੀ ਤੋਂ ਜੋ ਉਹਨੂੰ ਮਿਲਦਾ ਹੈ ਉਹ ਪਾਪਾਂ ਵਿੱਚ ਵਰਤਾ ਦਿੰਦਾ ਹੈ। ਸਾਰਿਆਂ ਪਾਪਾਂ ਦਾ ਦਾਸਰਾ ਨਾਂ ਨਹੀਂ ਲੈਂਦਾ। ਕਿਉਂਕਿ ਇਸ ਤਨ ਵਿੱਚ ਐਬਾਂ ਦਾ ਚਿੱਕੜ ਹੀ ਚਿੱਕੜ ਹੈ। ਐਬ ਤਨ ਚਿੱਕੜੋ ਐਬ। ਇੰਨੇ ਐਬ ਵੱਧ ਗਏ ਹਨ, ਤਨ ਸਾਰਾ ਚਿੱਕੜ ਨਾਲ ਭਰਿਆ ਪਿਆ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚੋਂ ਪੜ੍ਹਿਆ ਕਰੋ। ਐਬ ਐਬ ਕਹਿੰਦੇ ਨੇ, ਜਿਵੇਂ ਕਹੀਦਾ ਇਹ ਐਬ ਤੈਨੂੰ ਕਿੱਥੋਂ ਲੱਗ ਗਿਆ। ਐਬ ਤਨ ਚਿੱਕੜੋ। ਆ ਜਿਹੜਾ ਤਨ ਹੈ ਇਹਦੇ ਵਿੱਚ ਪਿਆਰਿਓ ਐਬਾਂ ਦਾ ਇੰਨਾ ਚਿੱਕੜ ਹੈ, ਜੋ ਕਮਾਈ ਹੁੰਦੀ ਹੈ ਉਹ ਬੱਚਿਆਂ ਤੋਂ, ਪਰਿਵਾਰ ਤੋਂ ਲੁਕ ਛਿਪ ਕੇ ਸਾਰੀ ਪਾਪਾਂ ਦੇ ਵਿੱਚ ਬੰਦਾ ਗਵਾ ਕੇ, ਜਿਵੇਂ ਜੁਆਰੀ ਜੂਆ ਖੇਡ ਕੇ ਘਰ ਆ ਜਾਂਦੇ ਹਨ ਮੂੰਹ ਲਟਕਾ ਕੇ, ਤਿਵੇਂ ਇਹ ਸਾਰੀ ਪਰਾਲਬਤ ਕਮਾਈ ਕੀਤੀ ਹੋਈ ਜਿੰਨੀ ਹੈ ਉਜਾੜ ਕੇ ਘਰ ਆ ਬਹਿੰਦਾ ਹੈ, ਪਰਮੇਸ਼ਰ ਤੋਂ ਦੂਰ ਹੋ ਜਾਂਦਾ ਹੈ। ਅੱਜ ਦੀ ਕਥਾ ਇੱਥੋਂ ਤੱਕ। ਇੰਨੇ ਕੁ ਸ਼ਲੋਕ ਦਾਸ ਨੇ ਪੜ੍ਹੇ ਹਨ। ਗੁਰਬਾਣੀ ਸਰਚਰ ਡਾਊਨਲੋਡ ਕਰ ਲੈਣਾ, ਉਹਦੇ ਵਿੱਚੋਂ ਲੱਭ ਲੈਣਾ ਦਸਮ ਗ੍ਰੰਥ ਅਤੇ 24 ਅਵਤਾਰ ਜਿਹੜੇ ਹਨ ਉਹਨਾਂ ਦੀ ਜਿਹੜੀ ਕਥਾ ਹੈ। ਤੁਸੀਂ ਵੀ ਪੜ੍ਹਿਆ ਕਰੋ, ਆਪਣੇ ਮਨ ਨੂੰ ਸਮਝਾਇਆ ਕਰੀਏ। ਦਾਸਰਾ ਵੀ ਪੜ੍ਹਦਾ ਹੈ, ਹੋ ਸਕਦਾ ਹੈ ਕੋਈ ਅੱਖਰ ਮਨ ਤੇ ਵਸ ਜਾਵੇ। ਸਾਡਾ ਮਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਗੁਰਬਾਣੀ ਦੇ ਨਾਲ ਜੁੜ ਜਾਵੇ, ਸਾਡਾ ਭਲਾ ਹੋ ਜਾਵੇ। ਪਿਆਰਿਓ ਸਦਾ ਨਹੀਂ ਇੱਥੇ ਬੈਠੇ ਰਹਿਣਾ, ਸਦਾ ਨਹੀਂ ਇੱਥੇ ਬੈਠੇ ਰਹਿਣਾ। ਜੋ ਜੋ ਕਰਾਂਗੇ, ਜੋ ਜੋ ਬੀਜ ਬੀਜਾਂਗੇ,
ਉਹਦਾ ਫਲ ਸਾਡੇ ਅੱਗੇ ਆਵੇਗਾ ਹੀ ਆਵੇਗਾ, ਆਵੇਗਾ ਹੀ ਆਵੇਗਾ। ਇਸ ਕਰਕੇ ਉਹ ਬੀਜ ਬੀਜੀਏ ਜਿਹਦੇ ਫਲ ਸਾਨੂੰ ਆਪ ਨੂੰ ਨਾ ਖਾਣੇ ਪੈਣ। ਜੇ ਅੱਜ ਸਾਡੀ ਯੰਗ ਉਮਰ ਹੈ, ਕੱਲ ਅਸੀਂ ਜੇ ਬਾਬਾ ਜੀ ਉਮਰ ਦੇਣ ਤੇ ਬੁਢੇਪੇ ਵੱਲ ਵੀ ਆਵਾਂਗੇ। ਅੱਗੇ ਵੀ ਵਿੱਚ ਦਾਸ ਕਹਿ ਚੁੱਕਾ ਹੈ, whatever we have done in this world, its fruit will be found in the old age and even after death। ਫਿਰ ਕੱਲੇ ਨੂੰ ਭੋਗਣਾ ਪੈਂਦਾ ਹੈ। ਜਦੋਂ ਦੇਹ ਵੀ ਕੋਲ ਨਹੀਂ ਹੁੰਦੀ, ਦੇਹ ਵੀ ਇੱਥੇ ਰਲ ਜਾਂਦੀ ਹੈ। ਦੇਹੀ ਭਸਮ ਰੁਲਾਏ ਨਾ ਜਾਪੀ ਕਹਿ ਗਿਆ। ਸਤਿਗੁਰੂ ਜੀ ਫਰਮਾਉਂਦੇ ਨੇ, ਦੇਖੋ ਦੇਹ ਨੂੰ ਮਿੱਟੀ ਵਿੱਚ, ਪਾਣੀ ਵਿੱਚ, ਖਾਕ ਵਿੱਚ ਰੁਲਾ ਕੇ ਬੰਦਾ ਕਿੱਥੇ ਚਲਾ ਗਿਆ। ਜਿੰਨਾ ਚਿਰ ਦੁਨੀਆ ਚ ਰਿਹਾ ਹੈ ਡਰਿਆ ਨਹੀਂ। ਸੋ ਪਿਆਰਿਓ, ਭੁੱਲਾਂ ਖਿਮਾ ਕਰ ਦੇਣੀਆਂ। ਦਾਸ ਦਿਲਬਾਗ ਸਿੰਘ ਗੁਰਬਾਣੀ ਵਿਚਾਰ ਲੀਡਸ UK ਤੋਂ ਇਹ ਕਥਾ ਸਤਿਗੁਰਾਂ ਦੀ ਕਿਰਪਾ ਨਾਲ, ਬਾਜਾਂ ਵਾਲੇ, ਕਲਗੀਆਂ ਵਾਲੇ ਦਾਤਾਰ ਪਾਤਸ਼ਾਹ ਜੀ ਦੀ ਕਿਰਪਾ ਨਾਲ ਕੀਤੀ ਹੈ। ਬੜੀਆਂ ਭੁੱਲਾਂ ਹੋ ਜਾਂਦੀਆਂ ਹਨ। ਸਤਿਗੁਰੂ ਜੀ ਦਾਸ ਨੂੰ ਖਿਮਾ ਕਰ ਦਿਓ, ਖਿਮਾ ਕਰ ਦਿਓ, ਬਖਸ਼ ਦਿਓ। ਸਾਧ ਸੰਗਤ ਬੜੀ ਵੱਡੀ ਹੈ, ਰੱਬ ਦਾ ਰੂਪ ਹੈ। ਆਪ ਸਾਧ ਸੰਗਤ ਵੀ ਦਾਸ ਨੂੰ ਖਿਮਾ ਕਰ ਦੇਣ ਦੀ ਕਿਰਪਾਲਤਾ ਕਰਨੀ। ਕਈ ਅੱਖਰ ਵੱਧ ਘੱਟ ਇਸ ਰਸਮਾਂ ਤੋਂ ਨਿਕਲ ਜਾਂਦੇ ਹਨ। ਮੈਂ ਭੁੱਲਣਹਾਰ ਹਾਂ। ਭੁੱਲਣ ਵਿੱਚ ਕੀ ਆ, ਸਭ ਕੋਈ ਕਰਤਾ ਆਪ ਨਾ ਭੁੱਲੇ, ਬੰਦਾ ਭੁੱਲ ਜਾਂਦਾ ਹੈ। ਨਾਮ ਜਪਿਆ ਕਰੋ, ਸਤਨਾਮ ਸ੍ਰੀ ਵਾਹਿਗੁਰੂ। ਆਪਣੇ ਮਨ ਨੂੰ ਆਖਿਆ ਕਰੋ, ਜਪ ਮਨ ਸਤਨਾਮ ਸਦਾ ਸਤਨਾਮ। ਕਿਸੇ ਕੋਲੋਂ ਪੁੱਛਣ ਦੀ ਲੋੜ ਨਹੀਂ। ਆਪਣੇ ਮਨ ਨੂੰ ਕਿਹਾ ਕਰੋ, ਸ਼ਬਦ ਪੜਿਆ ਕਰੋ, ਇੱਛਾ ਪੂਰਕ ਸਰਬ ਸੁਖ ਦਾਤਾ ਵਾਲਾ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ। ਅਤੇ ਆਖਿਆ ਕਰੋ, ਜਪ ਮਨ ਸਤਨਾਮ ਸਦਾ ਸਤਨਾਮ, ਸਦਾ ਸਤਨਾਮ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।